सब किछ आपे आ पौड़ी वड्डियां वड्याइयां किछ कहना कहन न जाए सो करता कादर करीम दे जिया रिज़्क़ संभाए साई कार कमावणी तुर चोंडी तिन पाए नानक की बारी और दूजी नहीं जाए सो करे जे तिसै रजाए 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 शुद्ध वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह वाहिगुरु जी का खालसा वाहिगुरु जी की फतेह। पौड़े वड्डे कियां वड्याइयां किछ कहना कहन ना जाए सो करता कादर करीम दे जियां रिज़्क़ संभाए साई कार कमावणी तुर चोंडी तिल पाए नानक की बाहरी होर दूजी नाही जाए सो करे जित सैर जाए सो करे जित सैर जाए। शुद्ध जुगो जुग टल धन सतगुरु श्री गुरु ग्रंथ साहिब महाराज सच्चे पातशाह जी का कोटान कोट शुक्र है जिन्हों ने अपार मेहर बख्शिश करके अमृत वेले शब्द गुरबाणी नाल जुड़ करके सत्संगत दे लाहे बख्शे। गरीब नवाज सरबत दा पढ़िया सुनिया लेखे लाउण गुरु चरणां नाल बण आवे। आओ सरवण करिए लड़ीवार गुर शब्द विचार सत्कार योगिया निंदर सिंह जी होरां पासों। वाहिगुरु जी का खालसा वाहिगुरु जी की फतेह। सतनाम वाहिगुरु जीओ। श्लोक महला तीजा। सतगुर ते जो मोह फिरे से बद्धे दुख सहाहे फिर मिलन न पाइनी जम्मै ते मर जाहे। सहसा रोग न छोड़ई दुख ही मैं दुख पाहे नानक नदरी बख्श ले शब्दे मेल मिलाए। सहसा रोग न छोड़ई दुख ही मैं दुख पाहे नानक नदरी बख्श लए शब्दे मेल मिलाए। वाहिगुरु जी का खालसा वाहिगुरु जी की फतेह। धन धन साहिब महाराज सच्चे पातशाह जी श्री गुरु ग्रंथ साहिब जीओ साहिबां दी पावन हजूरी अंदर जुड़ बैठी गुरु दे प्यार वाली गुरु दी साजी नवाजी साध संगत जी। सतगुरां दी अपर अपार मेहर किरपा रहमत बख्शिश दा सदका अमृत वेले गुरु चरणां विच हाजरी भरन दा सुभागा समा प्राप्त होया है। अमृत वेले तो नितनेम दियां बाणियां दे जाप होए। आशा जी दी वार दे कीर्तन गुरमुखां पासों सरवण कीते ने ते चल रही लड़ीवार कथा अमृतमय बाणी दी पावन कथा सरवण करन लई आपां गुरु चरनां च बैठे हैं। ये पावन शब्द सोरठ दी वार दे विच है। इस विच 2 श्लोक गुरु अमरदास महाराज जी दे हन ते 1 पौड़ी
ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 645 ਅੰਕ 'ਤੇ ਸੁਸ਼ੋਭਿਤ ਹੈ। ਸੋ ਆਓ ਆਪਾਂ ਸਤਿਗੁਰੂ ਜੀ ਪਾਸੋਂ ਉਪਦੇਸ਼ ਨੂੰ ਸਮਝੀਏ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਏ। ਜਿਹੜਾ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਗੁਰੂ ਤੋਂ ਮੂੰਹ ਫਿਰਨ ਦਾ ਮਤਲਬ ਹੈ ਬਾਣੀ ਨਹੀਂ ਪੜ੍ਹਦਾ, ਬਾਣੀ ਸੁਣਦਾ ਨਹੀਂ, ਬਾਣੀ ਦੀ ਵਿਚਾਰ ਨਹੀਂ ਕਰਦਾ, ਇਹਨੂੰ ਕਿਹਾ ਜਾਂਦਾ ਵੀ ਗੁਰੂ ਤੋਂ ਮੂੰਹ ਫੇਰ ਲਿਆ। ਉਹ ਫਿਰ ਬੱਧਾ ਹੋਇਆ ਦੁੱਖ ਸਹਿੰਦਾ, ਬੱਧਾ ਹੋਇਆ ਕਿਹਨਾਂ ਵਿੱਚ ਬੱਝ ਜਾਂਦਾ? ਆਪਣੇ ਕਰਮਾਂ ਦੇ ਵਿੱਚ ਬੱਝ ਜਾਂਦਾ ਹੈ। ਜਿਹੜੇ ਬਾਣੀ ਦੇ ਨਾਲ ਨਹੀਂ ਜੁੜੇ ਹੋਏ ਹੁੰਦੇ, ਸੋ ਉਹਨਾਂ ਨੂੰ ਆਪਣੀਆਂ ਵੀ ਕਈਆਂ ਗੱਲਾਂ ਚੇਤੇ ਰਹਿੰਦੀਆਂ, ਦੂਸਰਿਆਂ ਦੀਆਂ ਵੀ ਕਈਆਂ ਗੱਲਾਂ ਚੇਤੇ ਰਹਿੰਦੇ, ਵੀ ਮਾੜੀਆਂ ਗੱਲਾਂ ਜਿਹੜੀਆਂ ਹੁੰਦੀਆਂ ਮਾੜੀਆਂ, ਆਪਣੀਆਂ ਚੰਗੀਆਂ ਰਹਿੰਦੀਆਂ, ਦੂਸਰਿਆਂ ਦੀਆਂ ਮਾੜੀਆਂ ਚੇਤੇ ਰਹਿੰਦੀਆਂ। ਉਹ ਗੱਲਾਂ 'ਚ ਵੱਝ ਗਏ। ਆਪਣੇ ਮਾੜੇ ਕੰਮ ਛਪਾਉਂਦਾ ਅਤੇ ਦੂਸਰਿਆਂ ਦੇ ਮਾੜੇ ਕੰਮ ਦੇਖੇ ਹੋਏ ਹੁੰਦੇ, ਉਹ 'ਚ ਵੱਝ ਗਿਆ ਵੀ ਆਹ ਕੰਮ ਕੀਤਾ ਸੀ, ਕਹਿਣਾ ਉਹ 'ਚ ਵੱਝ ਗਏ। ਦੇਖਣ ਦੇ ਵਿੱਚ, ਸੁਣਨ ਵਿੱਚ, ਬੋਲਣ ਦੇ ਵਿੱਚ ਇਹ ਵੱਝ ਗਿਆ। ਉਹ ਫਿਰ ਉਹ ਗੱਲਾਂ ਹੀ ਇਸ ਨੂੰ ਦੁਖੀ ਕਰਦੀਆਂ। ਬੱਧੇ ਦੁੱਖ ਸਹਾਏ। ਸਰੀਰ ਦੀਆਂ ਲੋੜਾਂ ਦੇ ਨਾਲ ਇਹ ਵੱਜ ਜਾਂਦਾ। ਆਪਾਂ ਕਹਿ ਦਿੰਦੇ ਨੇ ਮੰਦਰ ਜੀ ਆਹ ਹੀ ਚੀਜ਼ ਚਾਹੀਦੀ ਹੈ, ਇਹ ਲੋੜ ਹੈ। ਲੋੜ ਸੀ, ਜੇ ਇਹ ਨਾ ਹੋਈ ਤਾਂ ਦੂਸਰੀ ਹੋ ਗਈ, ਕੋਈ ਗੱਲ ਨਹੀਂ, ਲੋੜ ਪੂਰੀ ਹੋ ਗਈ। ਜਦੋਂ ਕਹਿੰਦਾ ਨਹੀਂ ਮੈਂ ਤਾਂ ਆਈਓ ਲੈਣੀ ਆ, ਬਚ ਗਿਆ, ਬਚ ਜਾਂਦਾ। ਕਾਰਨ ਕੀ ਹੋਇਆ? ਕਾਰਨ ਇੱਕੋ ਹੀ ਹੈ ਵੀ ਇਹਨੇ ਬਾਣੀ ਤੋਂ ਮੂੰਹ ਫੇਰਿਆ ਹੋਇਆ। ਬਾਣੀ ਦੇ ਨਾਲ ਜੁੜ ਜਾਵੇ ਅਤੇ ਫਿਰ ਇਹਨਾਂ ਚੀਜ਼ਾਂ 'ਚ ਵੱਜਦਾ ਨਹੀਂ ਹੈ। ਸੋ ਜੇ ਆਪਣੀ ਜਿਹੜੀ ਚੰਗੀ ਚੀਜ਼ ਨੂੰ ਇਗਨੋਰ ਕਰ ਜਾਂਦਾ, ਵੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਕਰਵਾ ਲਿਆ, ਕਿਸੇ ਦਾ ਭਲਾ ਕਰਵਾ ਲਿਆ, ਕਿਸੇ ਦਾ ਮਾੜਾ ਕਰਮ ਹੈ ਉਸਨੂੰ ਦੇਖ ਕੇ ਅਣਡਿੱਠ ਕਰ ਦਿੰਦਾ, ਕਿਉਂਕਿ ਉਹਦੇ ਕੋਲੋਂ ਕੋਈ ਛੁਪਿਆ ਹੋਇਆ ਨਹੀਂ ਹੈ। ਵੀ ਜੇ ਅਸੀਂ ਮੈਂ ਨਾ ਦੇਖਾਂ ਤਾਂ ਲੋਕਾਂ ਨੂੰ ਕਿੱਦਾਂ ਪਤਾ ਲੱਗੇ? ਭਾਈ ਜਿਹੜਾ ਦੇਖਣੇ ਵਾਲਾ ਤਾਂ ਸਭ ਨੂੰ ਵੇਖਦਾ ਹੈ ਨਾ, ਉਹਦੇ ਕੋਲੋਂ ਤਾਂ ਕੁਝ ਨਹੀਂ ਛੁਪਿਆ ਹੋਇਆ। ਇਸ ਕਰਕੇ ਸੋ ਜੋ ਦੇਖ ਕੇ ਅਣਡਿੱਠ ਕਰਦਾ ਉਹ ਨਹੀਂ ਵੱਜਾ ਹੋਇਆ। ਜਿੱਦਾਂ ਕੈਮਰਾ ਹੁੰਦਾ, ਕੈਮਰੇ ਦੇ ਨਾਲ ਫੋਟੋ ਖਿੱਚੀ ਜਾਂਦੀ ਹੈ, ਫੋਟੋ ਖਿੱਚ ਕੇ ਸੋ ਕੈਮਰੇ ਦਾ ਕੰਮ ਖਤਮ ਹੋ ਜਾਂਦਾ। ਹੁਣ ਜਿਹੜੀ ਸਾਨੂੰ ਅੱਖ ਦਿੱਤੀ ਹੋਈ ਹੈ, ਫੋਟੋ ਵੀ ਖਿੱਚਦੀ ਹੈ ਅਤੇ ਨਾਲ ਵੀਡੀਓ ਬਣਾਉਣ ਲੱਗ ਪੈਂਦੀ ਹੈ, ਨਾਲ ਨਾਲ ਤੁਰ ਪੈਣਾ। ਇਹਦਾ ਕੰਮ ਇਹ ਹੁੰਦਾ, ਨਾਲ ਨਹੀਂ ਚੱਲਣਾ। ਦੇਖ ਲਿਆ ਉਸ ਤੋਂ ਬਾਅਦ ਉਹਨੂੰ ਅਣਡਿੱਠ ਹੋ ਜਾਂਦਾ। ਕੈਮਰੇ ਦਾ ਹੀ ਦੇਖ ਕੇ ਅਣਡਿੱਠ, ਫੋਟੋ ਦੇਖ ਕੇ ਅਣਡਿੱਠ, ਇੱਕ ਵਾਰੀ ਦੇਖ ਲਿਆ ਤੋਂ ਅਣਡਿੱਠਿਆ। ਸੋ ਇੱਦਾਂ ਦਾ ਅੱਖ ਦੇ ਨਾਲ ਹੋਣਾ ਚਾਹੀਦਾ। ਪਰ ਨਹੀਂ, ਜਿਹੜੀ ਚੀਜ਼ ਦੇਖ ਲਈ ਉਹਨਾਂ ਵੱਜ ਗਿਆ, ਜਿਹੜੀ ਸੁਣ ਲਈ ਉਹਨਾਂ ਵੱਜ ਗਿਆ। ਕੋਈ ਚੰਗਾ ਖਾ ਲਿਆ ਉਹਨਾਂ ਵੱਜਾ ਹੋਇਆ। ਕਹਿੰਦਾ ਨਹੀਂ ਵੀ ਆਹ ਫਲਾਨੇ ਦਿਨ ਆਹ ਖਾਧਾ ਸੀਗਾ, ਉਹ ਅਜੇ ਤਾਈਂ ਸਵਾਦ ਨਾਲ ਵੱਜਾ ਹੋਇਆ, ਉਸ ਸਵਾਦ ਦੇ ਨਾਲ ਅਜੇ ਤਾਈਂ ਵੱਜਾ ਹੋਇਆ। ਇਸ ਕਰਕੇ ਜਿਹੜੀ ਬੰਧਨ ਦੀ ਜਦੋਂ ਗੱਲ ਆਉਂਦੀ ਨਾ, ਬੰਧਨ ਤਾਂ ਬਹੁਤ ਹੈ, ਲੱਖਾਂ ਕਰੋੜਾਂ ਬੰਧਨ ਨੇ ਕਿਤੇ। ਪਹਿਲੇ ਜਨਮਾਂ ਦੇ ਜਿਹੜੇ ਕਰਮ ਨੇ ਸਾਡੇ, ਉਹ ਸਾਡੇ ਬੰਧਨ ਤਾਂ ਹੈ ਹੀ ਹੈ, ਉਹ ਤਾਂ ਹੈ ਹੀ ਹੈ ਬੰਧਨ। ਸੋ ਕਿ ਉਸ ਬੰਧਨ ਤੋੜਨੇ ਸੀਗੇ, ਅਸੀਂ ਸਗੋਂ ਹੋਰ ਬੰਧਨਾਂ 'ਚ ਪੈ ਗਿਆ। ਉਹਦਾ ਕਾਰਨ ਇੱਕੋ ਹੀ ਹੋਇਆ, ਕਹਿੰਦੇ ਸਤਿਗੁਰੂ ਤੋਂ ਮੂੰਹ ਫੇਰ ਲਿਆ, ਬਾਣੀ ਛੱਡ ਦਿੱਤੀ, ਨਿਤਨੇਮ ਛੁੱਟ ਗਿਆ, ਬੰਧਨਾਂ ਨੇ ਜ਼ੋਰ ਪਾਰ ਲਿਆ। ਪਾਤਸ਼ਾਹ ਕਹਿੰਦੇ ਫਿਰ ਬੱਧਾ ਹੈ ਬੰਦਾ ਦੁੱਖ ਹੀ ਪਾਉਂਦਾ ਹੁੰਦਾ। ਕਹਿੰਦੇ ਫਿਰ ਮਿਲਣ ਨਾ ਪਾਇਆ ਨੀ, ਜਮਹਿ ਤੇ ਮਰ ਜਾਹੇ। ਆਹ ਦੁਬਾਰਾ ਥੋੜ੍ਹੀ ਕਿਤੇ ਮਾਨਸ ਦੇ ਹੀ ਮਿਲ ਜਾਣੀ। ਫਿਰ ਮਿਲਣ ਨਾ ਪਾਹੀ, ਮੁੜ ਕੇ ਦੁਬਾਰਾ ਇਹ ਮਨੁੱਖਾ ਦੇਹੀ ਨਹੀਂ ਤੂੰ ਪ੍ਰਾਪਤ ਕਰ ਸਕਦਾ। ਫਿਰ ਜਦੋਂ ਇੱਕ ਵਾਰੀ 84 ਵਿੱਚ ਚਲਾ ਗਿਆ ਨਾ, ਉੱਥੇ ਦਾ ਫਿਰ ਜੰਮਣਾ ਮਰਨਾ, ਪਤਾ ਨਹੀਂ ਕਿੰਨੇ ਕੁ ਘਰ ਵਸਾਉਂਦਾ। ਐਸੇ ਘਰ ਹਮ ਬਹੁਤ ਵਸਾਏ,
ਜਬ ਹਮ ਰਾਮ ਗਰਭ ਹੋਇਆ। ਕਿੰਨੇ ਗਰਭ ਸੌਂਦਾ ਫੇ ਕਹਿੰਦੇ। ਉਹਦਾ ਕਾਰਨ ਕੀ ਹੈ? ਸੋ ਭਾਈ ਇਸ ਨੇ ਬਾਣੀ ਵੱਲ ਮੂੰਹ ਫੇਰਿਆ ਹੋਇਆ ਸੀ ਪਾਤਸ਼ਾਹ ਕਹਿੰਦੇ। ਸਹਿਸਾ ਰੋਗ ਨ ਛੋਡਈ, ਦੁਖ ਹੀ ਮੈਂ ਦੁਖ ਪਾਏ। ਸਹਿਸਾ, ਸਹਿਸਾ ਡਰ, ਸਹਿਮ, ਸੰਸਾ, ਭਰਮ, ਇਹ ਸਭ ਸਹਿਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਸੇ ਜੀਉ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਇਹਦੇ ਕਰਕੇ ਅਸੀਂ ਇਹ ਮੈਲੇ ਜੀਉ, ਹੰਸ ਸੀਗਾ ਤਾਂ ਹੰਸ ਮੈਲਾ ਹੋ ਗਿਆ, ਬਗਲੇ ਨਾਲ ਵੀ ਰਹਿ ਗਿਆ, ਇੰਨਾ ਮਲੀਨ ਹੋ ਗਿਆ ਕਰਮਾਂ ਕਰਕੇ। ਕਰਮ ਹੀ ਐਸੇ ਕੀਤੇ। ਇਸਨੇ ਪਰਮਹੰਸ ਬਣਨਾ ਸੀ, ਕਿਉਂਕਿ ਹੰਸ ਦਾ ਛੁਟਕਾਰਾ ਤਾਂ ਜੇ ਪਰਮਹੰਸ ਬਣੂਗਾ। ਸੋ ਨਹੀਂ ਤਾਂ ਜੇ ਪਰਮਹੰਸ ਨਹੀਂ ਬਣਿਆ ਤਾਂ ਅੱਗੇ ਹੰਸ ਇਕੱਲਾ, ਫਿਰ ਤਾਂ ਇਕੱਲੇ ਨੂੰ ਜਾਣਾ ਪੈਣਾ। ਫਿਰ ਉੱਥੇ ਨਾਲ ਇਹਦੇ ਕੌਣ ਕੋਈ ਸਹਾਇਤਾ ਕਰੂਗਾ? ਪਰਮਹੰਸ ਸ਼ਬਦ ਹੈਗਾ ਨਾਲ, ਉਹਦੀ ਸਹਾਇਤਾ ਕਰੂਗਾ। ਪਰਮਹੰਸ ਨੂੰ ਕੋਈ ਫਰਕ ਨਹੀਂ, ਪਰਮਹੰਸ ਦਾ ਕੋਈ ਲੇਖਾ ਨਹੀਂ। ਹੰਸ ਦਾ ਲੇਖਾ ਹੈ। ਹੰਸ ਨੂੰ ਤਾਂ ਪੁੱਛਣਾ ਹੈ ਨਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਇਹ ਤਾਂ ਪੁੱਛਣਾ। ਸਰੀਰ ਰਹਿ ਗਿਆ ਇੱਥੇ, ਮਨ ਇੱਥੇ ਪੈਦਾ ਹੋਇਆ ਸੀਗਾ। ਮਨ ਤਾਂ ਸਰੀਰ ਦੇ ਵਿੱਚੋਂ ਪੈਦਾ ਹੋਇਆ ਸੀ ਨਾ। ਜਿੰਨਾ ਚਿਰ ਸਰੀਰ ਰਿਹਾ ਮਨ ਵੀ ਇਹਨੂੰ ਟਪਾਉਂਦਾ ਰਿਹਾ। ਸੋ ਮਨ ਅਤੇ ਸਰੀਰ ਰਲ ਗਿਆ। ਹੰਸ ਦੀ ਬਾਹ ਪਿੱਛ ਕੁਛ ਨਹੀਂ ਚੱਲਦੀ। ਫਿਰ ਜਦੋਂ ਸਰੀਰ ਮਰ ਮੁੱਕ ਗਿਆ, ਨਾਲ ਹੀ ਮਨ ਚਲਾ ਗਿਆ। ਉਦੋਂ ਨਹੀਂ, ਮੁਰਦਾ ਨਹੀਂ ਕਹਿੰਦਾ। ਮੁਰਦਾ ਕਹਿੰਦਾ ਮੇਰਾ ਮਨ ਕਰਦਾ ਖਾਣ ਨੂੰ, ਮੇਰਾ ਮਨ ਘੁੰਮਣ ਨੂੰ ਕਰਦਾ। ਮੁਰਦੇ ਨੇ ਕਹਿਣਾ ਹੀ ਨਹੀਂ। ਮਨ ਮਰ ਗਿਆ, ਨਾਲੇ ਵਿਕਾਰ ਮਰ ਗਏ। ਮੁਰਦੇ ਦੇ ਵਿਕਾਰ ਵੀ ਮਰ ਗਏ, ਮਨ ਵੀ ਮਰ ਗਿਆ। ਸੋ ਜਿੰਨਾ ਚਿਕਰ ਸਰੀਰ ਹੁੰਦਾ ਉਨਾ ਚਿਕਰ ਮਨ ਨੂੰ ਸਰੀਰ ਦੇ ਹੁੰਦਿਆਂ ਮਾਰਨਾ ਚਾਹੀਦਾ। ਬਾਅਦ ਵਿੱਚ ਤਾਂ ਫਿਰ ਫਾਇਦਾ ਹੀ ਕੋਈ ਨਹੀਂ। ਫਿਰ ਤਾਂ ਅੱਗੇ ਹੰਸ ਇਕੱਲਾ। ਹੰਸ ਨੇ ਪਰਮਹੰਸ ਨੂੰ ਪਾਉਣਾ ਸੀਗਾ। ਬ੍ਰਹਮ ਗਿਆਨੀ ਪਰਮਹੰਸ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜੇ ਸੰਸਾਰ ਨੂੰ ਤਰਨ ਦੀ ਇੱਛਾ ਤਾਂ ਬ੍ਰਹਮ ਗਿਆਨੀ ਹੀ ਬਣਨਾ ਪਵੇਗਾ। ਪਰ ਬ੍ਰਹਮ ਗਿਆਨੀ ਪਰਮਹੰਸ ਹੁੰਦਾ ਹੈ। ਹੰਸ ਨਹੀਂ ਤਰ ਸਕਦਾ, ਹੰਸ ਨਹੀਂ ਤਰ ਸਕਦਾ। ਹੰਸ ਚਲੋ ਜਨਮ ਮਿਲ ਗਿਆ, ਹੰਸ ਤੋਂ ਉੱਪਰਲਾ ਦਰਜਾ ਇਸ ਨੂੰ ਲੈਣਾ ਪਵੇਗਾ। ਹੁਣ ਇੱਥੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸਹਿਸਾ ਇੱਕ ਬੜਾ ਭਿਆਨਕ ਰੋਗ ਹੈ, ਸੇ ਇਹਨੂੰ ਛੱਡਦਾ ਨਹੀਂ। ਜਿਹਦੇ ਕਰਕੇ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਕੱਟਦਾ ਅਤੇ ਆਖਿਰਕਾਰ ਦੁੱਖਾਂ ਦੇ ਵਿੱਚ ਹੀ ਇਹ ਮਰ ਮੁੱਕ ਜਾਂਦਾ। ਕਹਿੰਦੇ ਅੱਗੇ ਕਿਰਪਾ ਕਰਦੇ ਕਹਿੰਦੇ ਨਾਨਕ ਨਦਰੀ ਬਖਸ਼ ਲੈ, ਸਭ ਦੇ ਮੇਲ ਮਿਲਾਏ। ਜਿਹਦੇ ਸ਼ਬਦ ਦੇ ਨਾਲ ਮਿਲਦੇ ਨੇ ਹੈ ਨਾ। ਹੁਣ ਸਵਾਲ ਪੈਦਾ ਹੋ ਗਿਆ ਵੀ ਮਹਾਰਾਜ ਤੁਸੀਂ ਕਹਿੰਦੇ ਜਿਹੜਾ ਗੁਰੂ ਤੋਂ ਮੂੰਹ ਫੇਰਦਾ ਜਾਂ ਮਤਲਬ ਜਿਹੜਾ ਬਾਣੀ ਨਹੀਂ ਪੜ੍ਹਦਾ, ਸੁਣਦਾ, ਵਿਚਾਰਦਾ, ਉਹਦੀ ਇਹ ਹਾਲਤ ਹੁੰਦੀ ਹੈ। ਅਤੇ ਫਿਰ ਸ਼ਬਦ ਕਰਦਾ ਕੀ ਹੈ? ਮਹਾਰਾਜ ਕਹਿੰਦੇ ਜਿਹੜਾ ਸ਼ਬਦ ਦੀ ਵਿਚਾਰ ਕਰਦਾ, ਬਾਣੀ ਦੇ ਨਾਲ ਜੁੜਦਾ, ਬਾਣੀ ਪੜ੍ਹਦਾ, ਸੁਣਦਾ, ਉਹ ਸ਼ਬਦ ਦੀ ਬਦੌਲਤ ਸਤਿਗੁਰੂ ਜੀ ਦੀ ਉਸ 'ਤੇ ਬਖਸ਼ਿਸ਼ ਹੋ ਜਾਂਦੀ ਹੈ। ਅਤੇ ਬਿਨਾਂ ਬਖਸ਼ਿਸ਼ ਤੋਂ ਕੋਈ ਵੀ ਨਹੀਂ ਤਰਦਾ। ਬਖਸ਼ਿਸ਼ ਨੇ ਸਾਰੇ ਤਰਦੇ ਹੁੰਦੇ ਆ। ਬਾਣੀ ਪੜ੍ਹਨੇ ਵਾਲਾ ਜਿਹੜਾ ਉਹ 'ਤੇ ਬਖਸ਼ਿਸ਼ ਹੋ ਹੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਫਿਰ ਨਦਰੀ ਮੇਲ ਮਿਲਾਏ, ਬਖਸ਼ਿਸ਼ ਦੇ ਨਾਲ ਮੇਲ ਹੈ। ਮਹੱਲਾ ਤੀਜਾ। ਜੋ ਸਤਿਗੁਰ ਤੇ ਮੂੰਹ ਫਿਰੇ, ਤਿਨਾ ਠੌਰ ਨਾ ਠਾਓ। ਜਿਨ੍ਹਾਂ ਨੇ ਗੁਰਬਾਣੀ ਤੋਂ ਮੂੰਹ ਫੇਰ ਲਿਆ, ਮਤਲਬ ਸੁੱਤੇ ਉੱਠਦਿਆਂ ਖਾਣ ਪੀਣ ਵਾਲੇ ਪਾਸੇ, ਜੋਬ 'ਤੇ ਦੌੜ ਗਏ। ਅਤੇ ਹਾਲਾਂਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਜਦੋਂ ਸੌਣ ਲੱਗਦਾ, ਸੋਲੇ ਦੀ ਬਾਣੀ ਦਿੱਤੀ ਆਪਾਂ ਨੂੰ। ਮਹਾਰਾਜ ਕਹਿੰਦੇ ਵੀ ਸੌਣ ਲੱਗੇ ਸੋਲਾ ਪੜ੍ਹਿਆ ਕਰੋ। ਅਤੇ ਉਹ ਸੋਲਾ ਪਲੰਘ 'ਤੇ ਬੈਠ ਕੇ, ਆਪਣੇ ਆਸਣ 'ਤੇ ਬੈਠ ਕੇ ਪੜ੍ਹਦੇ ਹਾਂ। ਜੇ ਸਾਡੀ ਰਾਤ ਦੀ ਸ਼ੁਰੂਆਤ ਪਲੰਘ ਤੋਂ ਹੈ ਅਤੇ ਦਿਨ ਦੀ ਸ਼ੁਰੂਆਤ ਪਲੰਘ ਤੋਂ ਕਿਉਂ ਨਹੀਂ ਹੈ? ਜਦੋਂ ਉੱਠਣਾ ਹੈ ਨਾ, ਪਲੰਘ 'ਤੇ ਬੈਠਿਆ ਬੈਠਿਆ ਪਹਿਲਾਂ ਮੂਲ ਮੰਤਰ ਵਾਹਿਗੁਰੂ ਦਾ ਜਾਪ ਕਰਕੇ ਫਿਰ ਧਰਤੀ 'ਤੇ ਪੈਰ ਲਾਉਣਾ ਚਾਹੀਦਾ। ਇਹਦਾ ਫਟਾਫਟ ਉੱਠਿਆ, ਬੁਰਸ਼ ਬਰਸ਼ ਕੀਤਾ, ਚੱਲ ਸੋ ਨਹਾਉਂਦੇ ਪਾਠ ਕਰਕੇ ਬੁਰਾ ਵੀ ਖਾਨਾ ਪੂਰਤੀ ਜੀ ਕਰ ਲੈਂਦੇ। ਇੰਝ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਹੁਤ ਗੱਲਾਂ ਜਿਹੜੀਆਂ ਫਿਰ ਸਮਝਾਉਂਦੇ। ਮਹਾਰਾਜ ਕਹਿੰਦੇ ਮੂੰਹ ਫੇਰਨ ਵਾਲੀ ਗੱਲ ਹੈ, ਮੂੰਹ ਨਹੀਂ ਫੇਰਨਾ। ਮੂੰਹ ਹੀ ਹੁੰਦਾ, ਇਗਨੋਰ ਜਿਹਾ ਕਰ ਦੇਣਾ। ਧਿਆਨ ਦੇ ਨਾਲ ਬਾਣੀ ਪੜ੍ਹੋਗੇ ਤਾਂ ਗੁਰੂ ਵੱਲ ਮੂੰਹ ਹੈ। ਬੇਧਿਆਨੇ 'ਚ ਜਦੋਂ ਜਾਪ ਚੱਲ ਪੈਂਦਾ ਗੱਲਾਂ ਹੋਰ ਨੇ, ਉਦੋਂ ਉਸ ਵੇਲੇ ਸੰਸਾਰ ਵਾਲੇ ਪਾਸੇ ਨੂੰ ਇਹ ਇਗਨੋਰ ਹੁੰਦਾ। ਬਾਣੀ ਚੱਲਦੀ ਪਈ ਹੈ ਅਤੇ ਗੁਰੂ ਵੱਲ ਮੂੰਹ ਹੈ।
ਮੂੰਹ ਗੁਰੂ ਵੱਲ ਹੈ, ਬਾਣੀ ਚੱਲਦੀ ਪਈ ਹੈ, ਅਤੇ ਸੰਸਾਰ ਨੂੰ ਇਗਨੋਰ ਕੀਤਾ ਹੈ। ਉਹਦਾ ਆਪਣਾ ਕੰਮ ਕਾਰ ਉਸ ਉੱਤੇ ਚੱਲਦੇ ਰਹਿੰਦੇ। ਜਦੋਂ ਬੰਦਾ ਆਪਣੇ ਕੰਮ 'ਚ ਐਕਸਪਰਟ ਹੋ ਜਾਂਦਾ ਅਤੇ ਫਿਰ ਉਹਦਾ ਕੰਮ ਉਹ ਚੱਲਦਾ ਹੀ ਰਹਿੰਦਾ ਹੁੰਦਾ। ਫਿਰ ਜਿਹੜਾ ਅੰਦਰਲਾ ਸਿਸਟਮ ਹੈ, ਜਿੱਦਲ ਮਰਜ਼ੀ ਲਾ ਲਓ, ਕੰਪਿਊਟਰ ਸਿਸਟਮ ਜਿਹੜਾ ਦਿਮਾਗ ਸੋਚ ਜਿਹੜੀ ਹੈ ਉਹ ਬਾਣੀ ਵਾਲੇ ਪਾਸੇ ਲੱਗ ਜਾਂਦੀ ਹੈ। ਹੁਣ ਪਾਤਸ਼ਾਹ ਇੱਥੇ ਕਿਰਪਾ ਕਰਦੇ, ਕਹਿੰਦੇ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ, ਅਤੇ ਨਾ ਠੌਰ ਨਾ ਠਾਓ। ਉਹ ਨਾ ਤਾਂ ਘਰ ਵਿੱਚ ਸ਼ਾਂਤੀ ਹੈ, ਲੜਾਈ ਝਗੜਾ, ਉਹ ਘਰੋਂ ਬਾਹਰ ਨੂੰ ਭੱਜਦਾ, ਨਾ ਬਾਹਰ ਚੈਨ ਹੈ। ਸੋ ਕਿੱਥੇ ਜਾਵੇਗਾ? ਜਿੱਥੇ ਜਾਵੇਗਾ, ਕਿਉਂਕਿ ਮਨ ਤਾਂ ਨਾਲ ਹੈ। ਜਿਹੜਾ ਅੰਦਰਲਾ ਮਨ ਨੇ ਵਿਸ਼ਰਾਮ ਕਰਨਾ, ਔਰ ਮਨ ਵਿੱਚ ਵਿਸ਼ਰਾਮ ਹੁੰਦਾ। ਜਦੋਂ ਮਨ ਵਿਸ਼ਰਾਮ ਕਰਦਾ ਫਿਰ ਸ਼ਾਂਤੀ ਹੁੰਦੀ ਹੈ। ਜੇ ਮਨ ਹੀ ਵਿਸ਼ਰਾਮ ਨਹੀਂ ਕਰਦਾ, ਸ਼ਾਂਤੀ ਜਿੱਥੇ ਮਰਜ਼ੀ ਲੱਭ ਲਓ, ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਮਨ ਦਾ ਵਿਸ਼ਰਾਮ ਕਰਾਓ। ਮਨ ਦਾ ਵਿਸ਼ਰਾਮ ਬਾਣੀ ਕਰਾਉਂਦੀ, ਕਿਉਂਕਿ ਮਨ ਦੇ ਸੰਸ਼ੇ ਖਤਮ ਨਹੀਂ ਹੁੰਦੇ, ਵਿਸ਼ਰਾਮ ਨਹੀਂ ਕਰਦਾ। ਮਨ ਦੇ ਸੰਸ਼ੇ ਬਾਣੀ ਦੂਰ ਕਰਦੀ, ਬਾਣੀ ਤੋਂ ਬਿਨਾਂ ਮਨ ਦਾ ਸੰਸ਼ੇ ਨਹੀਂ ਦੂਰ ਹੋ ਸਕਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਮੂੰਹ ਫੇਰ ਲਿਆ ਤੇ ਨਾ ਠਾਉਰ ਨਾ ਠਾਓ। ਨਾ ਇੱਥੇ ਕੋਈ ਥਾਂ ਠਿਕਾਣਾ, ਨਾ ਫਿਰ ਦਰਗਾਹ ਵਿੱਚ ਕੋਈ ਥਾਂ ਟਿਕਾਣਾ ਹੁੰਦਾ। ਕਹਿੰਦੇ ਕੋਈ ਥਾਂ ਟਿਕਾਣਾ ਨਹੀਂ ਹੈ। ਜਿਉਂ ਛੁੱਟੜ ਘਰ ਘਰ ਫੇਰੈ, ਦੋਹ ਚਾਰਣ ਬਦਨਾਮ। ਸੋ ਜਦੋਂ ਔਰਤ ਆਪਣੇ ਘਰ ਦੇ ਵਿੱਚ ਹੈ, ਪਤੀ ਹੈ, ਬੱਚੇ ਹੈ, ਬੜਾ ਮਾਣ ਹੈ, ਬੜਾ ਸਤਿਕਾਰ ਹੈ, ਮਾਤਾ ਹੈ, ਪਤਨੀ ਹੈ, ਸੋ ਬੜੇ ਉੱਚੇ ਅਹੁਦੇ ਨੇ, ਬੜਾ ਮਾਣ ਸਤਿਕਾਰ ਹੈ ਇਸ ਚੀਜ਼ ਦਾ। ਮਹਾਰਾਜ ਨੇ ਪਤੀ ਪਤਨੀ ਦੀਆਂ ਮਿਸਾਲਾਂ ਦਿੱਤੀਆਂ, ਮਾਂ ਪੁੱਤ ਦੀਆਂ ਮਿਸਾਲਾਂ ਦਿੱਤੀਆਂ ਹੋਈਆਂ। ਸੋ ਇੰਝ ਕਹਿ ਲਓ ਜਿਹੜਾ ਪਰਿਵਾਰ ਹੁੰਦਾ ਹੈ, ਪਰਿਵਾਰ ਦੇ ਵਿੱਚ ਮੇਨ ਰੋਲ ਹੀ ਔਰਤ ਦਾ ਹੁੰਦਾ, ਬੱਚਿਆਂ ਦੇ ਪ੍ਰਤੀ ਵੀ, ਪਤੀ ਦੇ ਪ੍ਰਤੀ ਵੀ। ਪਰ ਉਹੀ ਔਰਤ ਜਦੋਂ ਛੁੱਟੜ ਹੋ ਜਾਂਦੀ ਹੈ, ਨਾ ਹੁਣ ਬੱਚੇ ਅਤੇ ਨਾ ਪਤੀ, ਛੁੱਟੜ ਹੋ ਗਈ, ਹੁਣ ਘਰਾਂ ਘਰਾਂ ਦੇ ਵਿੱਚ ਜਿੱਥੇ ਜਾਂਦੀ ਹੈ ਉਹਦੀ ਬਦਨਾਮੀ ਹੀ ਬਦਨਾਮੀ ਹੈ। ਬੱਚਿਆਂ ਨਾਲ ਅਤੇ ਪਤੀ ਦੇ ਨਾਲ ਉਹਦੀ ਇੱਜ਼ਤ ਹੈ। ਅਗਰ ਬੱਚਿਆਂ ਅਤੇ ਪਤੀ ਤੋਂ ਛੁਟਕਾਰਾ ਆ, ਵਖਰੇਵਾਂ ਪਾਉਂਦੇ ਅਤੇ ਉਹਦੀ ਬਦਨਾਮੀ ਹੈ। ਸਮਾਜ ਦੇ ਵਿੱਚ ਇਹੀ ਚੱਲਣਾ। ਸੋ ਜਿਹੜਾ ਸਮਾਜ ਹੈ ਇਹਦੇ ਵਿੱਚ ਇਹ ਚੱਲਦਾ। ਬਾਣੀ ਵਿੱਚ ਇਹਦੀ ਮਿਸਾਲ ਦਿੱਤੀ ਹੋਈ ਹੈ। ਇੱਜ਼ਤ ਕਿੱਥੇ ਹੈ? ਇੱਜ਼ਤ ਪਰਿਵਾਰ ਦੇ ਵਿੱਚ ਹੈ। ਪਰਿਵਾਰ ਛੁੱਟ ਗਿਆ ਅਤੇ ਉਸ ਵਕਤ ਭਾਵੇਂ ਸੋ ਜਿੱਦਾਂ ਦਾ ਮਰਜ਼ੀ ਉਹਦਾ ਆਪਣਾ ਖਿਆਲ ਆ, ਜਿੱਦਾਂ ਦਾ ਮਰਜ਼ੀ ਉਹਦਾ ਮਾਹੌਲ ਹੈ, ਪਰ ਜਦੋਂ ਘਰ ਘਰ ਫਿਰਨਾ ਨਾ, ਕਦੀ ਕਿਤੇ ਕਦੀ ਕਿਤੇ, ਫਿਰ ਉਹ ਬਦਨਾਮੀ ਦਾ ਕਹਿੰਦੇ ਕਾਰਨ ਬਣ ਜਾਂਦਾ ਹੈ। ਸੋ ਇਹੀ ਗੱਲ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਹੈ, ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ। ਕਹਿੰਦੇ ਫਿਰ ਸੋ ਕਦੀ ਕਿਤੇ ਕਦੀ ਕਿਤੇ, ਕਦੀ ਕਿਸੇ ਦੇ ਨਾਲ ਬੈਠਦੇ, ਕਦੀ ਕਿਸੇ ਦੀਆਂ ਗੱਲਾਂ ਕਰਦੇ, ਕਦੀ ਕਿਸੇ ਦੀਆਂ ਗੱਲਾਂ ਕਰਦੇ। ਆਪਣੇ ਗੁਰੂ ਤੋਂ ਮੂੰਹ ਫੇਰ ਲਿਆ, ਕਦੀ ਰਮਾਇਣ ਦੀਆਂ, ਕਦੀ ਮਹਾਭਾਰਤ ਦੀਆਂ, ਕਦੀ ਬਾਈਬਲ ਦੀਆਂ, ਕਦੀ ਕੁਰਾਨ ਸ਼ਰੀਫ ਦੀਆਂ। ਚਲੋ ਇਹਨਾਂ ਦੀਆਂ ਗੱਲਾਂ, ਸੋ ਉਹ ਵੀ ਕਿਸੇ ਪਾਸੇ ਲੱਗਿਆ ਹੈ ਨਹੀਂ। ਫਿਰ ਕਹਿੰਦੇ ਧਾਰਮਿਕ ਖੇਤਰ ਵਿੱਚ ਕਹਿੰਦੇ ਉਹ ਬਦਨਾਮੀ ਆ, ਕਹਿੰਦੇ ਕਿਉਂਕਿ ਇੱਕ ਪਾਸੇ ਤਾਂ ਲੱਗਿਆ ਨਹੀਂ, ਇੱਕ ਪਾਸੇ ਨਹੀਂ ਲੱਗਿਆ। ਕਹਿੰਦੇ ਨਾਨਕ ਗੁਰਮੁਖ ਬਖਸ਼ੀਐ, ਸੇ ਸਤਿਗੁਰ ਮੇਲ ਮਿਲਾਓ। ਗੁਰੂ ਦੁਆਰਾ ਜਿਹੜੇ ਬਖਸ਼ੇ ਜਾਂਦੇ ਨੇ, ਉਹ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਮੇਲ ਜਿਹੜਾ ਉਹ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਹੁੰਦਾ। ਅਕਾਲ ਪੁਰਖ ਕਿਰਪਾ ਕਰਦਾ ਅਤੇ ਗੁਰੂ ਮਿਲਦਾ। ਗੁਰੂ ਕਿਰਪਾ ਕਰਦਾ ਤਾਂ ਬਾਣੀ ਦੇ ਨਾਲ ਇਹਦੀ ਅਭੇਦਤਾ ਹੁੰਦੀ ਹੈ। ਹੁਣ ਜੇ ਇਹਦੀ ਬਾਣੀ ਦੇ ਨਾਲ ਅਭੇਦਤਾ ਹੋ ਗਈ, ਉਹਦੀ ਰੱਬ ਦੇ ਨਾਲ ਅਭੇਦਤਾ ਹੈ। ਪੌੜੀ ਜੋ ਸੇਵਹਿ ਸਤ ਮੁਰਾਰ, ਸੇ ਭਵ ਜਲ ਤਾਰ ਗਿਆ। ਸਤ ਮੁਰਾਰ ਰੱਬ ਨੂੰ ਕਿਹਾ, ਪਰਮਾਤਮਾ ਨੂੰ। ਜਿਹੜੇ ਪਰਮਾਤਮਾ ਪਰਮੇਸ਼ਰ ਦੀ ਸੇਵਾ ਕਰਦੇ ਨੇ ਉਹੀ ਇਸ ਸੰਸਾਰ ਤੋਂ ਪਾਰ ਹੁੰਦੇ ਨੇ। ਜੋ ਬੋਲੇ ਹਰ ਹਰ ਨਾਉ, ਤਿੰਨ ਜਮ ਛੱਡ ਗਿਆ। ਮਤਲਬ ਵੀ ਜਮ ਨੇ ਫੜ ਲਿਆ ਸੀਗਾ, ਕਰਮ ਐਸੇ ਸੀ। ਜਮ ਨੇ ਉਹ ਆਪਣੇ ਟਾਈਮ 'ਤੇ ਜਮ ਆ ਗਿਆ। ਬਾਣੀ 'ਚ ਤਾਂ ਇੱਥੇ ਤਾਂ ਕਿਹਾ ਹੋਇਆ, ਜਮ ਤਾਂ ਹਰ ਵਕਤ ਨਾਲ ਹੁੰਦਾ। ਜਮ ਮਾਰਨ ਅਤੇ ਜਮਾਂ ਦੇ ਦਲਾਂ ਦੀ ਗੱਲ, ਮਹਾ ਭਿਆਨ ਦੂਤ ਜਮ ਦਲਾ। ਜਿਹੜੇ ਜਮ ਨੇ ਇਹਨਾਂ ਦੀਆਂ ਫੌਜਾਂ ਨੇ, ਕਹਿੰਦੇ ਇੰਨੀ ਇਹਨਾਂ ਦੀ ਬਹੁਤਾਤ ਜ਼ਿਆਦਾ, ਇੰਨੀ ਗਿਣਤੀ ਹੈ। ਅਤੇ ਹਰ ਇੱਕ ਜੀਵ ਦੇ ਉੱਤੇ ਇਹਨਾਂ ਦੀ ਪੈਨੀ ਨਜ਼ਰ ਹੈ। ਪੈਨੀ
ਇੱਕ ਵੀ ਸਵਾਸ ਕਿਤੇ ਵਾਧੂ ਨਾ ਹੋ ਜਾਵੇ, ਇੰਨੀ ਪੈਨੀ ਦੇ। ਕਿਉਂਕਿ ਜਦੋਂ ਜਾਮ ਆਉਂਦਾ ਥੋੜ੍ਹੇ ਸਵਾਸ ਰਹਿੰਦਿਆਂ ਤੇ ਆ ਜਾਂਦਾ ਹੈ। ਜਦੋਂ 9 ਜਾਂ 13 ਇੰਨੇ ਕੁ ਸਵਾਸ ਰਹਿ ਜਾਂਦੇ, ਔਰ ਹਰੇਕ ਨੂੰ ਪਤਾ ਲੱਗ ਜਾਂਦਾ ਮੇਰੀ ਹੁਣ ਮੌਤ ਹੋਣ ਲੱਗੀ ਹੈ ਜੀ। ਪਤਾ ਲੱਗ ਜਾਂਦਾ ਜਦੋਂ ਗੰਢ ਖੁੱਲ੍ਹ ਜਾਂਦੀ, ਸਵਾਸ ਬੜੀ ਤੇਜ਼ੀ ਨਾਲ ਚੱਲਦੇ ਆ। ਗੰਢ ਕੌਣ ਖੋਲ੍ਹਦਾ? ਜਾਮੇ ਆਣ ਕੇ ਗੰਢ ਖੋਲ੍ਹਦਾ। ਇਹ ਸਰੀਰ ਰੂਪ ਕੋਠੜੀ ਦੇ ਵਿੱਚ ਸਵਾਸ ਚੱਲਦੇ ਸੀ। ਸੋ ਇਹਦੇ ਸਰੀਰ ਦੇ ਵਿੱਚ ਅੰਦਰਲਾ ਪਰਿਵਾਰ ਕੰਮ ਕਰਦਾ ਸੀ, ਸੁਰਤ ਮਤ ਮਨ ਬੁੱਧ ਅੰਦਰਲਾ ਪਰਿਵਾਰ ਕੰਮ ਕਰਦਾ ਸੀ। ਹੁਣ ਕੌਣ ਆਇਆ ਵਿੱਚ? ਜਮ ਆ ਗਿਆ। ਅੰਦਰਲਾ ਸਿਸਟਮ ਸਾਰਾ ਹੈਰਾਨ ਹੋ ਜਾਂਦਾ ਵੀ ਇਹ ਕੌਣ ਆ ਗਿਆ। ਪਰ ਜਮ ਉਹ ਬੜੇ ਤਾਕਤਵਰ ਹੁੰਦਾ ਅਤੇ ਕਿਸੇ ਨੂੰ ਹਿੱਲਣ ਨਹੀਂ ਦਿੰਦਾ। ਹੁਣ ਸੁਰਤ ਜਾਂ ਮਤ ਮਨ ਬੁੱਧ ਹਿੱਲ ਕੇ ਦਿਖਾਲਣ ਦਾ ਕੁਛ ਤਾਕਤਵਰ ਆ ਗਿਆ ਨਾ। ਇਹੋ ਹੀ ਜੇ ਗੁਰਮਤ ਆ ਜਾਵੇ ਅੰਦਰ, ਗੁਰਮਤ ਜਿਹੜੀ ਹੈ ਇਹ 'ਚ ਬਹੁਤ ਬਲ ਹੈ। ਗੁਰੂ ਦੀ ਮੱਤ ਵਿੱਚ ਬਲ ਬੜਾ। ਫਿਰ ਸੁਰਤ ਮਤ ਮਨ ਬੁੱਧ ਕੋਈ ਹਿੱਲ ਨਹੀਂ ਸਕਦਾ। ਫਿਰ ਨਹੀਂ ਕੋਈ ਅੰਦਰਲਾ ਸਿਸਟਮ ਨਹੀਂ ਹਿੱਲਦਾ ਜਦੋਂ ਗੁਰਮਤ ਅੰਦਰ ਆ ਜਾਂਦੀ ਹੈ। ਜਾਂ ਫਿਰ ਜਦੋਂ ਮਰਨ ਲੱਗਦਾ ਉਦੋਂ ਜਮ ਅੰਦਰ ਆ ਜਾਂਦੇ ਹੈ, ਉਦੋਂ ਨਹੀਂ ਹਿੱਲ ਸਕਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮੱਤ ਦਿੰਦੇ, ਕਹਿੰਦੇ ਜੇ ਫੜ ਵੀ ਲਿਆ ਨਾ ਜਮਾਂ ਨੇ ਆਣ ਕੇ, ਹੁਣ ਉਹਦੇ ਤੋਂ ਛੁਡਾਇਆ ਤਾਂ ਜਾ ਨਹੀਂ ਸਕਦਾ। ਅਤੇ ਜੇ ਕਿਤੇ ਉਸ ਵੇਲੇ ਉਹਨੂੰ ਕਿਤੇ ਚੇਤਾ ਆ ਜਾਵੇ ਤਾਂ ਨਾਮ ਬੋਲ ਦਿਓ ਨਾ, ਵਾਹਿਗੁਰੂ ਕਹਿ ਦਿਓ। ਜਿਹੜਾ ਅਜਾਮਲ ਨਾਰਾਇਣ ਕਹਿੰਦਾ ਜਮਾਂ ਨੇ ਫੜਿਆ ਹੋਇਆ ਅਤੇ ਛੱਡ ਦਿੱਤਾ। ਕਾਰਨ ਕੀ? ਕਹਿੰਦਾ ਨਾਰਾਇਣ ਨੂੰ ਵਾਜਾ ਮਾਰਦਾ। ਵਾਹਿਗੁਰੂ ਕਹਿ ਦਿੱਤਾ, ਜਮਾਂ ਨੇ ਫੜਿਆ ਹੋਇਆ ਅਤੇ ਜਮ ਛੱਡ ਗਿਆ। ਮਤਲਬ ਫੜਿਆ ਹੋਇਆ ਸੀ, ਪਰ ਜਦੋਂ ਵਾਹਿਗੁਰੂ ਬੋਲਿਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜਮ ਹੀ ਛੱਡ ਕੇ ਚਲਾ ਗਿਆ। ਕਹਿੰਦੇ ਜਮ ਇੱਕ ਤਾਂ ਜਮ ਜਿਹੜੇ ਜਮਦੂਤ ਧਰਮਰਾਜ ਦੇ ਦੂਤ ਮੌਤ ਦੇ ਦੂਤ ਹੁੰਦੇ ਆ। ਦੂਸਰਾ ਜਿਹੜਾ ਜੰਮਣਾ ਮਰਨਾ, ਜੱਜੇ ਤੋਂ ਅਰਥ ਹੁੰਦਾ ਜਨਮ, ਮੰਮੇ ਤੋਂ ਅਰਥ ਹੁੰਦਾ ਮਰਨ। ਜਦੋਂ ਜੰਮਣ ਮਰਨ ਦੇ ਚੱਕਰ 'ਚ ਪੈ ਜਾਂਦਾ ਉਹਨੂੰ ਵੀ ਜੰਮ ਕਿਹਾ ਜਾਂਦਾ। ਸੋ ਇੱਕ ਹੁੰਦਾ ਜਿਹੜੇ ਨਾਲ ਦੇ ਜੰਮੇ ਹੋਏ, ਜਿੱਦਾਂ ਹੁਣ ਭਰਾ ਹੁੰਦੇ ਆ। ਜੇ ਤਾਂ ਭਰਾ ਦਾ ਭਾਈ ਪਿਆਰ ਹੋਵੇ ਫਿਰ ਤਾਂ ਭਰਾ ਵਰਗਾ ਕੋਈ ਮਿੱਤਰ ਨਹੀਂ ਹੁੰਦਾ। ਸੋ ਜੇ ਭਰਾ ਦੁਸ਼ਮਣ ਬਣ ਜਾਣ ਤੇ ਭਰਾ ਵਰਗਾ ਕੋਈ ਵੈਰੀ ਨਹੀਂ ਹੁੰਦਾ। ਜੰਮ ਵਾਂਗੂ ਦੁੱਖ ਦੇਣ ਲੱਗ ਪੈਂਦੇ ਨੇ। ਨਾਲ ਦੇ ਜੰਮੇ ਹੋਏ ਜੰਮ ਬਣ ਜਾਂਦੇ ਹੁੰਦੇ ਆ। ਪਰ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਵਿੱਚ ਏਡੀ ਤਾਕਤ ਹੈ। ਚਾਹੇ ਇਸ ਸੰਸਾਰ ਵਿੱਚ ਦੁੱਖ ਦੇਣੇ ਵਾਲੇ ਕੋਈ ਰੋਗ ਲਾ ਲਓ, ਜੰਮਿਆ ਹੋਇਆ ਰੋਗ ਨਹੀਂ ਅੰਦਰੋਂ ਜਾਂਦਾ ਜੀ, ਉਹ ਵੀ ਜਾਵੇਂ ਹੀ ਹੈ। ਜੰਮ ਗਿਆ, ਡੇਰਾ ਪਾ ਲਿਆ। ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਜਦੋਂ ਰੋਗ ਡੇਰਾ ਪਾ ਲੈਂਦਾ ਉਹ ਜਾਵੇਂ ਹੀ ਹੁੰਦਾ, ਹੋਰ ਕੀ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹ ਵਾਹਿਗੁਰੂ ਆਖਦਾ ਅਤੇ ਭਾਈ ਉਹ ਜੰਮ ਜਿਹੜਾ ਦੁੱਖ ਦੇ ਰਿਹਾ ਕਹਿੰਦੇ ਛੱਡ ਗਿਆ, ਛੱਡ ਕੇ ਚਲ ਜਾਂਦਾ। ਪਾਤਸ਼ਾਹ ਕਹਿੰਦੇ ਨੇ ਅੱਗੇ ਕਿਰਪਾ ਕਰਦੇ ਨੇ, ਸੇ ਦਰਗਹਿ ਪੈਦੇ ਜਾਹੇ ਜਿਨਾ ਹਰ ਜਪ ਲਿਆ। ਪੈਦੇ ਹੁੰਦਾ ਮਾਣ ਮਿਲਣਾ, ਸਤਿਕਾਰ ਮਿਲਣਾ, ਉਹਨੂੰ ਪੈਦੇ, ਜਿਹਨੂੰ ਸਰੋਪਾ ਪੈ ਜਾਂਦਾ ਉਹਨੂੰ ਕਿਹਾ ਜਾਂਦਾ। ਪਾਤਸ਼ਾਹ ਕਹਿੰਦੇ ਦਰਗਾਹ ਦੇ ਵਿੱਚ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਨੇ ਹਰ ਜਪ ਲਿਆ। ਸੋ ਜਿਨ੍ਹਾਂ ਨੇ ਨਾਮ ਜਪਿਆ ਉਹ ਦਰਗਾਹ ਦੇ ਵਿੱਚ ਬੜਾ ਮਾਣ ਪਾਉਂਦੇ ਨੇ। ਦੁਰਗੇ ਮਾਣ ਪਾਵੈ ਫਿਰ ਪੱਤ ਸਿਉ ਜਾਵੇ। ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਣਾ ਹੁੰਦਾ ਇੱਥੋਂ ਪੱਤ ਦੇ ਨਾਲ ਜਾਂਦੇ ਨੇ, ਇੱਜ਼ਤ ਦੇ ਨਾਲ ਜਾਂਦੇ ਨੇ। ਇੱਕ ਉਹ ਹੁੰਦੇ ਨੇ ਇੱਥੋਂ ਜੰਮ ਲੈ ਕੇ ਜਾਂਦੇ ਨੇ, ਦਰਗਾਹ ਵਿੱਚ ਮਾਣ ਪਾ ਲੈਂਦੇ, ਧਰਮਰਾਜ ਦੀ ਕਚਹਿਰੀ 'ਚ ਮਾਣ ਪਾ ਲੈਂਦੇ ਨੇ। ਕਾਰਨ ਕੀ? ਉਦੋਂ ਜਾਂ ਵਾਹਿਗੁਰੂ ਕਹਿ ਦਿੱਤਾ ਜਾਂ ਉਹਦੇ ਲੇਖੇ ਹਿਸਾਬ ਦੇ ਵਿੱਚ ਕੋਈ ਐਸਾ ਕਰਮ ਆ ਗਿਆ ਜਿਹਦੇ ਕਰਕੇ ਜਦੋਂ ਪਤਾ ਲੱਗਦਾ ਵੀ ਸੋ ਇਹਦਾ ਆਹ ਕਰਮ ਜਿਹੜਾ ਚੰਗਾ ਆ ਧਰਮ ਰਾਜਾ, ਸੋ ਉਹਨੂੰ ਸਤਿਕਾਰ ਦੇ ਨਾਲ ਉੱਥੋਂ ਤੋੜ ਦਿੰਦਾ ਜੀ। ਦਰਗਾਹ ਦੇ ਵਿੱਚ ਜ਼ਿਆਦਾ ਇੱਥੋਂ ਗਿਆ, ਇੱਥੋਂ ਜੇ ਇੱਜ਼ਤ ਮਾਨ ਦੇ ਨਾਲ ਗਿਆ, ਦਰਗਾਹ ਵਿੱਚ ਤਾਂ ਉਹਨੇ ਮਾਣ ਪਾਉਣਾ ਹੀ ਪਾਉਣਾ, ਦਰਗੇ ਮਾਣ ਪਵੇ, ਉਹ ਪੱਤ ਸਿਉ ਜਾਵੇ। ਪਰ ਇੱਥੇ ਜਦੋਂ ਧਰਮਰਾਜ ਦੀ ਦਰਗਾਹ ਦੇ ਵਿੱਚ ਉੱਥੇ ਉਹਦਾ ਹਿਸਾਬ ਕਿਤਾਬ ਹੁੰਦਾ। ਕਹਿੰਦੇ ਉਸ ਵੇਲਾ ਸੋ ਜੋ ਕੋਈ ਚੰਗਾ ਕਰਮ, ਕੋਈ ਐਸਾ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਜਪਿਆ ਅੱਗੇ ਆ ਗਿਆ, ਧਰਮ ਰਾਜਾ ਵੀ ਮਾਣ ਕਰਦਾ। ਕਹਿੰਦੇ ਧਰਮ ਰਾਜਾ ਉਹਦਾ ਸਤਿਕਾਰ ਕਰਦਾ। ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮੈਆ। ਇਹਨੂੰ ਮੈਆ ਈੜੀ ਵਿੱਚ ਬੋਲਣੀ ਪੈਂਦੀ, ਈੜੀ ਭਰ ਕੇ ਬੋਲਣੀ ਪੈਂਦੀ, ਪੂਰਾ ਅਕਸ਼ਰ ਹੈ, ਅੱਧਾ ਅਕਸ਼ਰ ਨਹੀਂ ਹੈ। ਮਾਇਆ ਦਾ ਅਰਥ ਹੁੰਦਾ ਕਿਰਪਾ। ਪਾਤਸ਼ਾਹ ਕਹਿੰਦੇ ਤੇਰੀ ਸੇਵਾ ਉਹ ਹੀ ਕਰਦੇ ਨੇ, ਹਰ ਸੇਵ ਹੈ
ਸੇਈ ਉਹੀ ਸੇਵਾ ਕਰਦੇ ਨੇ, ਔਰ ਉਹੀ ਨਰਕਾਂ ਤੋਂ ਪੂਰਖ ਨਰਕਾਂ ਤੋਂ ਬਚਦੇ ਨੇ ਜਿਨ੍ਹਾਂ ਹਰ ਤੁਧ ਮੈਇਆ। ਇਹ ਪ੍ਰਮਾਤਮਾ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੁੰਦੀ ਉਹੀ ਤੇਰੀ ਸੇਵਾ ਦੇ ਵਿੱਚ ਲੱਗਦੇ ਨੇ। ਕਹਿੰਦੇ ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਭਉ ਗਿਆ। ਗੁਰੂ ਦੁਆਰਾ ਭਰਮ ਵੀ ਚਲਾ ਗਿਆ ਤੇ ਡਰ ਵੀ ਚਲਾ ਗਿਆ, ਕਿਉਂਕਿ ਭਰਮ ਦਾ ਜਿਹੜਾ ਡਰ ਹੁੰਦਾ ਬੜਾ ਭਿਆਨਕ ਹੁੰਦਾ, ਪਰ ਜਦੋਂ ਹੀ ਗੁਰੂ ਦੇ ਬਾਣੀ ਦੇ ਨਾਲ ਜੁੜੇ ਭਰਮ ਗਿਆ, ਡਰ ਗਿਆ। ਤੇ ਹੁਣ ਮੈਂ ਇਸ ਖੁਸ਼ੀ ਦੇ ਵਿੱਚ ਨਿੱਤ ਗੁਣ ਗਾਉਣਾ। ਪਹਿਲੋਂ ਗੁਣ ਗਾਉਂਦਾ ਸੀਗਾ ਵੀ ਮੇਰੇ ਅੰਦਰੋਂ ਭਰਮ ਚਲਾ ਜਾਵੇ, ਡਰ ਚਲਾ ਜਾਵੇ, ਇਸ ਕਰਕੇ ਗੁਣ ਗਾਉਂਦਾ ਸੀਗਾ। ਹੁਣ ਭਰਮ ਚਲਾ ਗਿਆ, ਡਰ ਚਲਾ ਗਿਆ, ਨਿਰਭੈ ਦੀ ਸ਼ਰਨ ਵਿੱਚ ਆ ਗਏ, ਕੋਈ ਡਰ ਨਹੀਂ ਰਹਿ ਗਿਆ। ਭਰਮ ਇਸ ਕਰਕੇ ਨਹੀਂ ਰਹਿ ਗਿਆ, ਕੋਈ ਚਾਨਣ ਹੋ ਗਿਆ। ਭਰਮ ਤਾਂ ਹਨੇਰੇ ਦਾ ਹੁੰਦਾ ਨਾ, ਜਦੋਂ ਚਾਨਣ ਹੋ ਗਿਆ, ਗਿਆਨ ਹੋ ਗਿਆ, ਕੋਈ ਭਰਮ ਨਹੀਂ। ਫੇਰ ਪਹਿਲੋਂ ਹੌਲੀ ਹੌਲੀ ਦੋ ਬੰਦੇ ਆਪਸ ਵਿੱਚ ਗੱਲਾਂ ਕਰਦੇ, ਭਰਮ ਹੈ ਪਤਾ ਨਹੀਂ ਮੇਰੀਆਂ ਗੱਲਾਂ ਕਰਦੇ ਆ। ਹੁਣ ਜਦੋਂ ਗਿਆਨ ਹੋ ਜਾਵੇ ਵੀ ਕੀ ਗੱਲਾਂ ਕਰਦੇ ਆ, ਚਾਨਣ ਨੂੰ ਚਾਨਣ ਕਿਹਾ ਜਾਂਦਾ, ਉਹ ਭਰਮ ਨਿਕਲ ਜਾਂਦਾ ਜੀ, ਭਰਮ ਦੂਰ ਹੋ ਜਾਂਦਾ। ਇਸ ਕਰਕੇ ਗਿਆਨ ਨੂੰ ਚਾਨਣ ਕਿਹਾ ਜਾਂਦਾ। ਪਤਾ ਲੱਗ ਗਿਆ ਇੱਦਾਂ ਹੀ ਰੱਸੀ ਦਾ ਸੱਪ, ਹਨੇਰੇ ਵਿੱਚ ਰੱਸੀ ਸੱਪ ਲੱਗਦੀ, ਜਦੋਂ ਚਾਨਣ ਹੋ ਗਿਆ ਗਿਆਨ ਹੋ ਗਿਆ ਵੀ ਇਹ ਪਈ ਤੇ ਰੱਸੀ ਹੈ। ਇਸ ਕਰਕੇ ਜਦੋਂ ਜਿਹੜਾ ਅਗਿਆਨਤਾ ਹੀ ਉਹਦੇ ਨਾਲ ਭਰਮ ਬਣਦਾ, ਗਿਆਨ ਦੇ ਨਾਲ ਭਰਮ ਦੂਰ ਹੁੰਦਾ। ਜਦੋਂ ਭਰਮ ਦੂਰ ਹੋ ਗਿਆ, ਡਰ ਚਲਾ ਗਿਆ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹੀ ਬਚਨ ਸਮਝਾ ਰਹੇ ਨੇ। ਇਹਦੇ ਵਿੱਚ ਜ਼ਿਆਦਾ ਇਸ ਸ਼ਬਦ ਦੇ ਵਿੱਚ ਸੇਵਾ ਸਿਮਰਨ 'ਤੇ ਜ਼ੋਰ ਦਿੱਤਾ, ਜਿਹਦੇ ਨਾਲ ਆਪਾਂ 84 ਦੇ ਗੇੜ ਤੋਂ ਬਚ ਸਕਦੇ ਹਾਂ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਬਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਖੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆਂ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਨ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਾਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਹੂੰ ਆਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਿਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਅਨਸਣੋ ਬੜ ਭਾਗਿਓ, ਸਗਲ ਮਨੋਰਥ ਪੂਰੈ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਬਹਿ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਜੀਉ ਪਿੰਡ ਸਭ ਤੇਰੀ। ਮਾਤ ਪਿਤਾ ਹਮ ਬਾਰ ਤੇਰੇ, ਤੁਮਰੀ ਕਿਰਪਾ ਸੁਖ ਕਨੇਰੇ। ਜਾਨ ਤੁਮਰਾ ਅੰਤ ਮੁਝਤੇ ਊਚਾ ਭਗਵੰਤ। ਸਗਲ ਸਵਾਈ ਤੁਮਰਾ ਸੂਤਰ ਤਾਰ, ਕੰਤੇ ਹੋਏ ਸੁਆਗਿਆਕਾਰ। ਤੁਮਰੀ ਗਤ ਨਿਤ ਤੁਮ ਜਾਣੀ, ਨਾਨਕ ਦਾਸ
ਬੋਲੋ ਜੀ ਵਾਹਿਗੁਰੂ। ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਾਹਿਬ ਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ ਮੈਂ ਗੁਰੂ ਦੀ ਸਮਤ ਕਰ ਨਾਮ ਕਿਹਾ ਰੰਗਲ ਵਰਤੇ ਮਰਦਾਸ ਰਾਮਦਾਸ ਸਾਹਿਬ ਸਹਾਇ ਅੱਜ ਹਰ ਗੁਰੂ ਦੇ ਨਾਮ ਸਿਮਰਾਓ ਸ਼੍ਰੀ ਹਰਿਕ੍ਰਿਸ਼ਨ ਜੀ ਆਈ ਹੈ ਜਿਸ ਦੇ ਸਭ ਜਾਇ ਤੇ ਬਾਤ ਸਿਮਰਿਆ ਕਰਨਾਮ ਸਾਫ ਕਈ ਮੈਂ ਸਹਾਇ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਹਾਇ ਦਸਾਂ ਪਾਤਸ਼ਾਹੀਆਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀ ਕਰਾ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰੇ ਔਰ ਚੌਂ ਸਾਹਿਬਜ਼ਾਦਿਆਂ 40 ਜਿਨ੍ਹਾਂ ਤੇਰਾ ਨਾਮ ਚੁੱਕਿਆ ਵਰਸ਼ਿਆ ਦੀ ਚਲਾਈ ਦੀ ਬਾਤ ਦੇ ਗਿਆ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੱਖਾਂ ਸਿੱਖਣੀਆਂ ਧੰਨ ਕੇ ਸੀ ਸਿੱਖੇ ਬਾਤਾਂ ਵਾਹਿਗੁਰੂ ਕੋਈ ਗੱਲ ਨਹੀਂ ਜਿਹੜੇ ਧੰਨ ਆ ਰਿਹਾ ਨਾਲ ਤੇਰੇ ਵਾਹਿਗੁਰੂ ਵਾਲਿਆਂ ਦੀ ਸੇਵਾ ਲਈ ਕਰਵਾਉਣੀ ਆਰਿਆ ਸਿੱਖ ਕੇ ਸਾਸ ਵਾਸਾ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਦਾ ਨਾਮ ਚਿਤਿਆ ਹੋਵੇ ਚਿਤਿਆ ਹੋਵੇ ਸਰਬੱਤ ਖਾਲਸਾ ਹੋਵੇ ਜਾਂ ਜਾਂ ਖਾਲਸਾ ਕੀ ਸਹਾਇਤਾ ਨਾਲ ਚਾਰੇ ਆਏ ਦੇਖ ਦੇਖ ਫਤਿਹ ਗੁਰੂ ਦਾ ਕੌਮ ਕੀ ਜੀਤ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਣੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾ ਕੇਸ ਨਾਮ ਰਹਿਤ ਨਾਮ ਵੇਗ ਨਾਮ ਸਾਧ ਨਾਮ ਦਾਦਾ ਸਿੱਧ ਨਾਮਦਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਬਖਸ਼ਿਸ਼ ਚੌਕੀਆਂ ਝੰਡੇ ਹੁੰਦੇ ਗੁਰੂ ਕੋ ਦਾ ਜਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਤ ਕੇ ਰੱਖਿਆ ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਪਾਸ ਸਦਕਾ ਆਵਤ ਵੇਲੇ ਦੇ ਦੀਵਾਨ ਸਜੇ ਬਣਾ ਦੇ ਪਾਤਸ਼ਾਹ ਦੇ ਪ੍ਰੇਮ ਦੀਆਂ ਬਾਣੀਆਂ ਦੇ ਜਵਾਬ ਪਾਤਸ਼ਾਹ ਜੀ ਦੀ ਬਾਤ ਦੀ ਸ਼ਬਦ ਦੀ ਵਿਚਾਰ ਆਨੰਦ ਸਾਹਿਬ ਦੇ ਸ਼ੇਰ ਹੋਏ ਲਾਜ ਪਾਣੀ ਕਿਵਾ ਕਰਨੀ ਪਾਣੀ ਦਾ ਮਹਾਂ ਕਮਾਈਆਂ ਸੰਗਤਾਂ ਨੂੰ ਬਖਸ਼ਣਾ ਦਿਲ ਗੁਲ ਹਾਜ਼ਰ ਦਾ ਪ੍ਰਵਾਨ ਕਰਨਾ ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਪ੍ਰਸਾਦ ਕਰਨੀਆਂ ਬਖਸ਼ੀਆਂ ਦਾਤਾਂ ਜੋ ਕੜਾ ਪ੍ਰਸ਼ਾਦੀਆਂ ਦੇ ਕੰਮ ਕਰੀ ਪਾਕ ਸੰਸੋਧ ਪੁੱਤਰਾਂ ਦਾ ਬਣਾਏ ਸੀਧ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਸ਼ਿਕਿਆ ਕਰਨਾ ਤੇ ਕਾਰਨ ਨੂੰ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੀ ਮੇਰੇ ਜਨਾਂ ਮੇਰਾ ਨਾਮ ਚਿਤਿਆ ਮੇਰੇ ਨਾਮ ਆਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈਆ ਕਾਲ ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕੋ ਮਿਲੋ ਚਾਹੈ ਖੋਜ ਸ਼ਬਦ ਮੈਲੇ ਰਾਜ ਕਰੀਗਾ ਖਾਲਸਾ ਆਕੀ ਰਹੇ ਨ ਕੋਏ ਵਾਰ ਨਹੀਂ ਸੰਭਲਾਂਗੇ ਬਚੇ ਸ਼ਰਨ ਜੋ ਹੋਏ ਨਾਮ ਜਵਾਜ ਚੜੇ ਸੋ ਉਤਰੇ ਪਾਰ ਦਾ ਕਰ ਸੇਵਨ ਗੁਰ ਪਾਰ ਉਤਾਰਨ ਹਾਰ ਰਾਜਾ ਕੀ ਹਾਰ ਕਲਗੀ ਸੋਏ ਸੀਸ ਰਛਿਆ ਕਰੀ ਗੁਰੂ ਕਲਗੀ ਤਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋ ਕਾਹੂ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ
ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਤੂਰ। ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।